ਚੈਰੀਟੇਬਲ ਦੇ ਨਾਮ ਤੇ ਬਹੁਤ ਵੱਡਾ ਮਾਫੀਆ ਹੈ। ਇੱਥੇ ਕਈ ਚੈਰੀਟੇਬਲ ਅੱਜਕੱਲ ਖੁੱਲ੍ਹਣੇ ਸ਼ੁਰੂ ਹੋ ਗਏ ਨੇ। ਜਿਹੜਾ ਮਹਿੰਗੇ ਤੋਂ ਮਹਿੰਗਾ ਅਲਟਰਾਸਾਊਂਡ ਅਸੀਂ ਮਤਲਬ 800 900 ਰੁਪਏ ਦਾ ਅਸੀਂ ਕਰ ਰਹੇ ਹਾਂ, ਤਕਰੀਬਨ 1200 ਤੋਂ ਲੈ ਕੇ 2500 ਰੁਪਏ ਚਾਰਜ ਕੀਤਾ ਜਾਂਦਾ। ਇਹ ਚੈਰੀਟੇਬਲ ਦਾ ਮਤਲਬ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ। ਚੈਰੀਟੇਬਲ ਦਾ ਮਤਲਬ ਕੁਝ ਹੋਰ ਸੀ, ਬਣਾ ਕੁਝ ਹੋਰ ਦਿੱਤਾ ਹੈ। ਅੱਖਰਾਂ ਦੇ ਹੇਰ ਫੇਰ ਜਾਂ ਇਨਫਰਾਸਟ੍ਰਕਚਰ ਨੂੰ ਕੋਈ ਹੋਰ ਵਧੀਆ ਬਣਾ ਕੇ, ਥੋੜੀ ਕੁਰਸੀਆਂ ਲਾ ਕੇ, ਥੋੜੇ ਏਸੀ ਲਾ ਕੇ ਤੇ ਰੇਟਾਂ 'ਚ ਫਰਕ ਪਾ ਦਿੱਤਾ। ਇਕੱਲੇ ਅਲਟਰਾਸਾਊਂਡ ਜਾਂ ਲੈਬ ਟੈਸਟ ਨਹੀਂ ਹੈਗਾ। ਜਦੋਂ ਤੁਸੀਂ ਇਹਦੇ ਅੰਦਰ ਜਾ ਕੇ ਵੜੋਗੇ ਤੇ ਹੋਰ ਆਪਰੇਸ਼ਨਾਂ ਤੱਕ ਦੇ ਤੁਹਾਨੂੰ ਪਤਾ ਬਹੁਤ ਵੱਡਾ ਕਾਲ ਚੱਕਰ ਹੈ। ਉਹ ਰਿਪੋਰਟ ਦੀ ਸਿਰਫ ਵਰਡਿੰਗ 'ਚ ਫਰਕ ਹੁੰਦਾ ਹੈ, ਜਿਹਦੇ ਵਿੱਚ ਡਾਕਟਰ ਨੂੰ ਘੁਮਾ ਦਿੰਦਾ, ਜਦ ਕਿ ਉਹਦੇ ਰਿਜ਼ਲਟ 'ਚ ਕੋਈ ਫਰਕ ਨਹੀਂ ਹੁੰਦਾ। ਡਾਕਟਰ ਵੀ ਉਹੀ ਹੈ, ਮਸ਼ੀਨ ਵੀ ਉਹੀ ਹੈ, ਰਿਪੋਰਟ ਵੀ ਉਹੀ ਹੈ, ਬਸ ਉੱਪਰ ਲੈਟਰ ਦਾ ਨਾਮ ਚੇਂਜ ਹੋ ਗਿਆ ਤੇ ਸਾਡੀ ਰਿਪੋਰਟ ਗਲਤ ਹੋ ਗਈ। ਕਿ ਸਰਕਾਰ ਇਹਨਾਂ ਦੇ ਉੱਪਰ ਕਿਉਂ ਨਹੀਂ ਕਿਸੇ ਤਰੀਕੇ ਦਾ ਕੋਈ ਇੱਦਾਂ ਦਾ ਲਾਅ ਬਣਾਉਂਦੀ ਜਾਂ ਕਾਨੂੰਨ ਬਣਾਉਂਦੀ। ਜੇ ਸਰਕਾਰ ਬਾਕੀ ਸਾਰੀ ਚੀਜ਼ਾਂ ਦੇ ਉੱਤੇ ਕਾਨੂੰਨ ਬਣਾ ਸਕਦੀ ਹੈ ਤੇ ਮੈਡੀਕਲ ਦੇ ਉੱਤੇ ਕਿਉਂ ਨਹੀਂ ਕੋਈ ਰੇਟ ਫਿਕਸ ਕੀਤੇ ਜਾਂਦੇ। ਲੁਧਿਆਣੇ ਦੇ ਸ਼੍ਰੀ ਗੁਰੂ ਨਾਨਕ ਮੋਦੀ ਖਾਨੇ ਦੇ ਜਿੰਦੂ ਸਾਹਿਬ ਨੇ ਮੈਡੀਕਲ ਮਾਫੀਆ ਜਾਂ ਕਹਿ ਲਓ ਦਵਾਈਆਂ ਦੇ ਵਿੱਚ ਹੋ ਰਹੀ ਧਾਂਦਲੀ ਬਾਰੇ ਪੋਲ ਖੋਲ੍ਹੀ। ਅੱਜ ਇੱਕ ਨਵੀਂ ਪੋਲ ਖੋਲਾਂਗੇ ਮੈਡੀਕਲ ਲੈਬੋਰਟਰੀਜ਼ ਦੀ, ਜਾਂ ਫਿਰ ਜੋ ਟੈਸਟ ਹੁੰਦੇ ਨੇ ਉਹਨਾਂ ਦੇ ਵਿੱਚ ਧਾਂਦਲੀ ਕਿਵੇਂ ਹੁੰਦੀ ਹੈ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅਸੀਂ ਪਹੁੰਚੇ ਹਾਂ ਸੈਕਟਰ 22 ਦੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੇ ਇੱਕ ਲੈਬੋਰਟਰੀ ਦੇ ਵਿੱਚ, ਜੋ ਉਸ ਦੇ ਸੰਚਾਲਕ ਨੇ ਸਾਡੇ ਨਾਲ ਮੌਜੂਦ ਨੇ। ਮੈਂ ਕਹਾਂਗਾ ਇਹ ਮੋਦੀ ਖਾਨਾ ਹੈ ਟੈਸਟਾਂ ਦਾ, ਕਿਵੇਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਅੰਮ੍ਰਿਤਪਾਲ ਜੀ, ਬਹੁਤ ਸਵਾਗਤ ਹੈ ਤੁਹਾਡਾ ਦ ਖਬਰਸਾਰ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਜਿਵੇਂ ਤੁਹਾਨੂੰ ਹੁਣ ਦਵਾਈਆਂ ਦਾ ਜੋ ਰੌਲਾ ਚੱਲਿਆ ਹੋਇਆ ਹੈ, ਲੁਧਿਆਣੇ ਵਾਲੇ ਜੋ ਜਿੰਦੂ ਸਾਹਿਬ ਨੇ ਉਹਨਾਂ ਨੇ ਦੱਸਿਆ, ਇੱਕ ਬੇਪਰਤਾ ਕੀਤਾ, ਬੇਨਕਾਬ ਕੀਤਾ। ਟੈਸਟਾਂ ਦੇ ਵਿੱਚ ਵੀ ਧਾਂਦਲੀ ਹੁੰਦੀ ਹੈ, ਟੈਸਟਾਂ ਦੇ ਵਿੱਚ ਵੀ ਮੋਟਾ ਜੋ ਮੁਨਾਫਾ ਖੱਟਿਆ ਜਾਂਦਾ, ਜਿਸ ਦੀ ਸ਼ਾਇਦ ਲੋੜ ਵੀ ਨਹੀਂ ਹੈ ਇੰਨੀ। ਮੁਨਾਫਾ ਘੱਟ ਵੀ ਲੋਕ ਰੱਖ ਸਕਦੇ ਨੇ ਪਰ ਨੀਅਤ ਨਹੀਂ ਭਰਦੀ। ਕਿਵੇਂ ਮਤਲਬ ਤੁਸੀਂ ਪਹਿਲਾਂ ਆਪਣੇ ਸੈਂਟਰ ਬਾਰੇ ਦੱਸੋ। ਵੀਰ ਜੀ, ਮੈਂ ਸਨ 2000 ਤੋਂ ਇਸੀ ਲਾਈਨ 'ਚ ਹੈਗਾ ਜੀ, ਮੈਡੀਕਲ ਲਾਈਨ 'ਚ। ਅਤੇ 2006 ਦੇ ਵਿੱਚ ਮੈਂ ਇਹ ਗੁਰਦੁਆਰਾ ਸਾਹਿਬ ਨੂੰ ਅਪਰੋਚ ਕੀਤਾ ਸੀ ਸੈਂਟਰ ਖੋਲ੍ਹਣ ਵਾਸਤੇ। 2000 ਤੋਂ ਲੈ ਕੇ 2006 ਦੇ ਵਿੱਚ ਮੈਂ ਪ੍ਰਾਈਵੇਟ ਸੈਂਟਰਾਂ ਵਿੱਚ ਨੌਕਰੀ ਕਰਕੇ ਇਹੀ ਚੀਜ਼ ਦੇਖੀ ਵੀ ਉੱਥੇ ਲੋਕ ਆਉਂਦੇ ਨੇ ਅਤੇ ਉਹਨਾਂ ਦੇ ਟੈਸਟ ਹੁੰਦੇ ਨੇ ਅਤੇ ਬਹੁਤ ਮਹਿੰਗੇ ਟੈਸਟ ਹੁੰਦੇ ਨੇ। ਮੁੜ ਕੇ ਉਹਨਾਂ ਦਾ ਕਮਿਸ਼ਨ ਲਿਫਾਫੇ 'ਚ ਪਾ ਕੇ ਡਾਕਟਰ ਨੂੰ ਭੇਜਣਾ ਪੈਂਦਾ, ਅਤੇ ਜੇ ਉਹ ਕਮਿਸ਼ਨ ਪਾ ਕੇ ਭੇਜ ਦਿੱਤਾ ਤਾਂ ਤੁਹਾਡੀ ਰਿਪੋਰਟ ਠੀਕ ਹੈ। ਜੇ ਨਹੀਂ ਪਾ ਕੇ ਭੇਜਿਆ ਕਿਸੇ ਨੇ, ਕੋਈ ਇੱਦਾਂ ਦੀ ਲੈਬੋਰਟਰੀਆਂ ਖੋਲ੍ਹ ਕੇ ਬੈਠੇ ਨੇ, ਅਤੇ ਡਾਕਟਰ ਤੁਹਾਡੀ ਰਿਪੋਰਟ ਨੂੰ ਦੇਖਣ ਤੋਂ ਵੀ ਨਾਕਾਰੀ ਹੋ ਜਾਂਦਾ ਕਿ ਨਹੀਂ, ਇਹ ਰਿਪੋਰਟ ਤਾਂ ਠੀਕ ਹੀ ਨਹੀਂ ਹੈਗੀ, ਤੁਸੀਂ ਕਿੱਥੋਂ ਟੈਸਟ ਕਰਾ ਕੇ ਲੈ ਕੇ ਆਏ ਹੋ। ਪਰ ਮੈਂ ਧੰਨਵਾਦ ਕਰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ। 2006 'ਚ ਇੱਥੇ ਮੈਂ ਲੈਬੋਰਟਰੀ ਖੋਲ੍ਹੀ ਪਹਿਲਾਂ ਜੀ। ਸ਼ੁਰੂ ਵਿੱਚ ਸਾਨੂੰ ਬੜਾ ਸੰਘਰਸ਼ ਕਰਨਾ ਪਿਆ, ਪਰ ਚੰਡੀਗੜ੍ਹ ਹੋਣ ਕਰਕੇ, ਸੂਝਵਾਨ ਲੋਕ ਇੱਧਰ ਹੋਣ ਕਰਕੇ, ਪੜ੍ਹੇ ਲਿਖੇ ਲੋਕ ਹੋਣ ਕਰਕੇ ਸਾਨੂੰ ਥੋੜ੍ਹਾ ਜਿਹਾ ਇਹਦਾ ਸਹਾਰਾ ਮਿਲਿਆ। ਅਸੀਂ ਜਦੋਂ ਟੈਸਟ ਸ਼ੁਰੂ ਕੀਤੇ ਤਾਂ ਲੋਕ ਜਦੋਂ ਕਰਾ ਕੇ ਜਾਂਦੇ ਸੀ ਤਾਂ ਲੋਕ ਦੇਖਦੇ ਸੀ ਕਿ ਰਿਪੋਰਟ ਠੀਕ ਹੈ, ਅਤੇ ਡਾਕਟਰ ਕਈ ਵਾਰ ਕਹਿ ਵੀ ਦਿੰਦੇ ਸੀ ਵੀ ਰਿਪੋਰਟ ਠੀਕ ਨਹੀਂ, ਅਤੇ ਪੇਸ਼ੈਂਟ ਵੀ ਅੱਗੋਂ ਕਹਿ ਦਿੰਦਾ ਸੀਗਾ ਕਿ ਤੁਸੀਂ ਦੱਸੋ ਵੀ ਰਿਪੋਰਟ 'ਚ ਕਮੀ ਕੀ ਹੈ। ਕਮੀ ਬਿਲਕੁਲ। ਅਤੇ ਜੇ ਡਾਕਟਰ ਦੇ ਦੱਸੇ ਹੋਏ ਕਮੀ ਰਿਪੋਰਟ 'ਚ ਹੁੰਦੀ ਸੀ ਕਿ ਨੀਅਤ 'ਚ ਹੁੰਦੀ ਸੀ ਡਾਕਟਰ ਦੀ? ਵੀ ਜੀ, ਜੇ ਡਾਕਟਰ ਦੇ ਦੱਸੀ ਹੋਈ ਜਗ੍ਹਾ ਤੋਂ ਟੈਸਟ ਕਰਾ ਲਓ ਤਾਂ ਫਿਰ ਰਿਪੋਰਟ ਠੀਕ ਹੁੰਦੀ ਹੈ। ਜੇ ਉਹਦੀ ਦੱਸੀ ਹੋਈ ਜਗ੍ਹਾ ਤੋਂ ਨਾ ਕਰਾਓ ਤਾਂ ਫਿਰ ਠੀਕ ਨਹੀਂ ਹੁੰਦੀ ਹੈ। ਕਮਿਸ਼ਨ ਦਾ ਨਹੀਂ ਮਰਦਾ ਕਿਤੇ ਜੀ, ਉਹ ਵੀ ਇੱਕ ਪਾਰਟ ਹੈਗਾ। ਅਤੇ ਪਰ ਮੈਂ ਚੰਡੀਗੜ੍ਹ ਹੋਣ ਕਰਕੇ, ਮੈਂ ਜੋ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਮੈਂ 2006 ਤੋਂ ਹੁਣ ਅੱਜ 2020 ਹੋ ਗਏ, 14 ਸਾਲ ਤੋਂ ਮੈਂ ਇੱਥੇ ਹੈਗਾ। ਚੰਗੇ ਡਾਕਟਰ ਵੀ ਹੈਗੇ ਨੇ, ਕਈ ਇੱਦਾਂ ਦੇ ਡਾਕਟਰ ਵੀ ਹੈਗੇ ਨੇ ਰੱਬ ਰੂਪ, ਜਿਹੜੇ ਸਾਡੇ ਕੋਲ ਭੇਜਦੇ ਨੇ ਵੀ ਇਹ ਆਪਣਾ ਖਰਚਾ ਨਹੀਂ ਕਰ ਸਕਦਾ ਅਤੇ ਇਹਦੇ ਟੈਸਟ ਤੁਸੀਂ ਬਾਈ ਦੇ ਗੁਰਦੁਆਰੇ ਤੋਂ ਕਰਾ ਕੇ ਲੈ ਕੇ ਆਓ, ਤੁਹਾਡੀ ਰਿਪੋਰਟਾਂ ਸਹੀ ਆਉਣਗੀਆਂ। ਪਰ ਕਈ ਵਾਰ ਸਾਨੂੰ ਇੱਥੋਂ ਤੱਕ ਸੁਣਨ ਨੂੰ ਮਿਲਦਾ ਕਿ ਰਿਪੋਰਟ ਲੈ ਕੇ ਗਏ ਹਾਂ ਅਤੇ ਸਾਡੀ ਰਿਪੋਰਟ ਨੂੰ ਦੇਖ ਕੇ ਸਿੱਟ ਦਿੱਤਾ ਗਿਆ ਵੀ ਇਹ ਰਿਪੋਰਟ ਤਾਂ ਠੀਕ ਹੀ ਨਹੀਂ ਹੈਗੀ, ਤੁਸੀਂ ਕਿੱਥੋਂ ਕਰਾ ਕੇ ਲਿਆਏ ਹੋ। ਜਦ ਕਿ ਰਿਪੋਰਟਾਂ ਦੇ ਵਿੱਚ ਅਗਰ ਕਿਸੇ ਹੋਰ ਕੋਲ ਕਰਾਇਆ ਜਾਵੇ, ਜਿਵੇਂ ਮੰਨ ਲਓ ਇੱਕ ਅਲਟਰਾਸਾਊਂਡ ਦੀ ਰਿਪੋਰਟ ਹੈਗੀ ਜੀ, ਅਸੀਂ ਆਪਣੀ ਰਿਪੋਰਟ ਦੇ ਦਿੱਤੀ, ਉਹ ਹੁਣ ਕਿਤੇ ਹੋਰ ਟੈਸਟ ਕਰਾ ਕੇ ਲਿਆਇਆ, ਉਹ ਰਿਪੋਰਟ ਦੀ ਸਿਰਫ ਵਰਡਿੰਗ 'ਚ ਫਰਕ ਹੁੰਦਾ ਹੈ, ਜਿਹਦੇ ਵਿੱਚ ਡਾਕਟਰ ਨੂੰ ਘੁਮਾ ਦਿੰਦਾ, ਜਦ ਕਿ ਉਹਦੇ ਰਿਜ਼ਲਟ 'ਚ ਕੋਈ ਫਰਕ ਨਹੀਂ ਹੁੰਦਾ। ਹਰ ਕਿਸੇ ਦਾ ਆਪਣਾ ਰਿਪੋਰਟਿੰਗ ਦਾ ਫਾਰਮੈਟ ਹੈਗਾ, ਉਹ ਰਿਪੋਰਟ ਦਾ ਫਾਰਮੈਟ ਦਾ ਫਰਕ ਜ਼ਰੂਰ ਹੋ ਸਕਦਾ, ਬਟ ਰਿਪੋਰਟ 'ਚ ਫਰਕ ਨਹੀਂ ਹੁੰਦਾ। ਅੱਖਰਾਂ ਦਾ ਹੇਰ-ਫੇਰ ਹੁੰਦਾ, ਲੇਕਿਨ ਜਿਹੜੀ ਰਿਪੋਰਟ ਹੈਗੀ ਹੈ ਬੰਦੇ ਦੀ ਉਹ ਉਹੀ ਹੁੰਦੀ ਹੈ। ਤੁਸੀਂ ਮੇਰੀ ਬਿਲਕੁਲ ਗੱਲ ਨੂੰ ਸਹੀ ਪਕੜ ਲਿਆ। ਅੱਖਰਾਂ ਦਾ ਹੇਰ-ਫੇਰ ਹੁੰਦਾ, ਪਰ ਰਿਪੋਰਟ ਅੰਦਰ ਜੋ ਉਹਦਾ ਇਲਾਜ ਕਰਨ ਵਾਸਤੇ ਰਿਪੋਰਟ ਚਾਹੀਦੀ ਹੈ ਉਹ ਵਿੱਚ ਉਹੀ ਹੁੰਦੀ ਹੈ। ਵੈਸੇ ਅੱਖਰਾਂ ਦਾ ਹੇਰ-ਫੇਰ ਨਹੀਂ, ਇਹ ਤਾਂ ਨੀਅਤ ਦਾ ਹੇਰ-ਫੇਰ ਹੋ ਗਿਆ ਜੀ, ਅਸੀਂ ਅੰਦਰਲੀ ਗੱਲ ਸਮਝੀਏ ਤਾਂ। ਅੱਛਾ ਭਾਅ ਜੀ, ਆਪਣੇ ਇੱਥੇ ਸੈਂਟਰ ਦੇ ਵਿੱਚ ਕਿਹੜੇ ਕਿਹੜੇ ਟੈਸਟ ਹੁੰਦੇ ਨੇ?
ਸਾਡੇ ਕੋਲ ਵੀਰ ਜੀ ਤਕਰੀਬਨ ਲੈਬੋਰਟਰੀ ਦੇ ਹਰ ਤਰ੍ਹਾਂ ਦੇ ਟੈਸਟ ਹੋ ਜਾਂਦੇ ਆ। ਅਲਟਰਾਸਾਊਂਡ ਤਕਰੀਬਨ ਹਰ ਤਰ੍ਹਾਂ ਦੇ ਹੋ ਜਾਂਦੇ ਆ। ਡਿਜੀਟਲ ਐਕਸ-ਰੇ ਹੁੰਦਾ ਹੈ, ECG ਹੁੰਦੀ ਹੈ। ਤੇ ਅਸੀਂ ਹੁਣ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ 2-3 ਸਾਲ ਹੋ ਜਾਣੇ ਸਾਨੂੰ ਫਰਵਰੀ ਦੇ ਵਿੱਚ CT ਸਕੈਨ ਦੀ ਅਸੀਂ ਬਿਲਕੁਲ ਨਵੀਂ ਮਸ਼ੀਨ ਲਗਾਈ ਸੀ, ਜਿਹਦੇ ਵਿੱਚ ਲੋਕੀ ਬਹੁਤ ਹੀ ਇਹਦਾ ਫਾਇਦਾ ਚੱਕ ਰਹੇ ਨੇ ਸਾਡੇ ਕੋਲੋਂ। ਕਿਉਂਕਿ ਚੰਡੀਗੜ੍ਹ ਦੇ ਵਿੱਚ CT ਸਕੈਨ ਅਸੀਂ ਹੈੱਡ ਦਾ ਪਲੇਨ 500 ਰੁਪਏ ਤੋਂ ਸ਼ੁਰੂ ਕਰਦੇ ਹਾਂ, ਤੇ ਜਿਹੜਾ ਸਭ ਤੋਂ ਮਹਿੰਗਾ CT ਸਕੈਨ ਵੀ ਸਾਡੇ ਕੋਲ 3650 ਰੁਪਏ ਦਾ ਹੈ। ਜਦ ਕਿ ਪ੍ਰਾਈਵੇਟ ਦੇ ਵਿੱਚ CT ਸਕੈਨ ਸ਼ੁਰੂ ਹੀ 1800 ਰੁਪਏ ਤੋਂ ਹੁੰਦਾ, ਤੇ ਮਹਿੰਗੇ ਤੋਂ ਮਹਿੰਗਾ ਤਕਰੀਬਨ 9000, 10000, 11000, 12000 ਰੁਪਏ ਤੱਕ ਹੁੰਦਾ। ਤੇ ਆਪਣੇ ਇੱਥੇ ਸਾਡੇ ਕੋਲ ਵੀਰ ਜੀ 500 ਰੁਪਏ ਦਾ ਪਲੇਨ ਹੈੱਡ ਦਾ CT ਸਕੈਨ ਹੈ। ਅਗਰ ਤੁਸੀਂ ਕੋਈ CD ਐਂਜੀਓਗ੍ਰਾਫੀ ਵੀ ਕਰਾਉਣੀ ਹੈ, ਕੋਈ ਲੱਤਾਂ ਦੀ ਜਾਂ ਕਿਸੇ ਹੋਰ ਚੀਜ਼ ਦੀ, ਉਹ ਵੀ ਸਾਡੇ ਕੋਲ 3250 ਰੁਪਏ ਦੀ ਹੈਗੀ ਹੈ। ਹਾਰਟ ਦੀ ਕੋਰਨਰੀ ਐਂਜੀਓਗ੍ਰਾਫੀ ਹੁੰਦੀ ਹੈ, ਉਹ ਅਸੀਂ ਨਹੀਂ ਕਰਦੇ। ਉਹਨੂੰ ਛੱਡ ਕੇ ਬਾਕੀ ਸਾਰੀ ਹਰ ਤਰ੍ਹਾਂ ਦੀ ਐਂਜੀਓਗ੍ਰਾਫੀਆਂ ਜਾਂ ਸਾਰੇ CT ਅਸੀਂ ਇੱਥੇ ਬਹੁਤ ਵਾਜਿਬ ਰੇਟਾਂ ਦੇ ਉੱਤੇ ਕਰਦੇ ਹਾਂ। ਅੱਛਾ, ਇੱਥੇ ਅੱਖਾਂ ਦਾ ਟੈਸਟ ਵਗੈਰਾ ਵੀ ਹੁੰਦਾ ਹੈ? ਅੱਖਾਂ ਦਾ ਸਾਡੇ ਕੋਲ ਸਿਰਫ ਵੀਰ ਜੀ ਡਾਕਟਰ ਦਾ ਚੈੱਕਅਪ ਤੇ ਉਸ ਤੋਂ ਇਲਾਵਾ ਐਨਕਾਂ ਵਗੈਰਾ ਦੀ ਸੁਵਿਧਾ ਹੈਗੀ ਹੈ। ਬਾਕੀ ਜੇ ਕੋਈ ਆਪਰੇਸ਼ਨ ਕਰਾਉਣਾ ਚਾਹੁੰਦਾ ਤੇ ਉਹ ਵੀ ਬਹੁਤ ਹੀ ਨਾਮਾਤਰ ਰੇਟ ਦੇ ਉੱਤੇ ਅਸੀਂ ਡਾਕਟਰ ਨਾਲ ਟਾਈ ਅਪ ਕਰਾ ਕੇ ਕਰਵਾ ਦਿੰਦੇ ਹਾਂ। ਤੇ ਹੋਰ ਕਿਹੜੇ ਟੈਸਟ ਹੁੰਦੇ ਨੇ? ਉਸ ਤੋਂ ਇਲਾਵਾ ਵੀਰ ਜੀ ਸਾਡੇ ਕੋਲ ਸਾਰੇ ਖੂਨ ਦੇ ਟੈਸਟ, ਅਲਟਰਾਸਾਊਂਡ ਤਕਰੀਬਨ ਸਾਡੇ ਕੋਲ ਪ੍ਰੈਗਨੈਂਸੀ ਨਾਲ ਰਿਲੇਟਿਡ, ਜਿਹਦੇ ਵਿੱਚ ਅਸੀਂ ਮੰਨਦੇ ਹਾਂ ਕਿ ਸਭ ਤੋਂ ਜ਼ਿਆਦਾ ਲੁੱਟ ਹੁੰਦੀ ਹੈ ਮਾਰਕੀਟ ਦੇ ਵਿੱਚ। ਵੀ ਜਿਹੜਾ ਅਲਟਰਾਸਾਊਂਡ ਅਸੀਂ ਮੰਨ ਲਓ 400 ਰੁਪਏ ਦਾ ਕਰ ਰਹੇ ਹਾਂ, ਤੇ ਬਾਹਰ ਪ੍ਰਾਈਵੇਟ ਵਾਲੇ ਤਕਰੀਬਨ 1000-1200 ਰੁਪਏ ਚਾਰਜ ਕਰਦੇ ਆ। ਜਿਹੜਾ ਮਹਿੰਗੇ ਤੋਂ ਮਹਿੰਗਾ ਅਲਟਰਾਸਾਊਂਡ ਅਸੀਂ ਮੰਨ ਲਓ 800-900 ਰੁਪਏ ਦਾ ਅਸੀਂ ਕਰ ਰਹੇ ਹਾਂ, ਤੇ ਤਕਰੀਬਨ 1200-1800 ਤੋਂ ਲੈ ਕੇ 2500 ਰੁਪਏ ਚਾਰਜ ਕੀਤਾ ਜਾਂਦਾ। ਔਰ ਪ੍ਰੈਗਨੈਂਸੀ ਵਾਲਾ ਤਾਂ ਤਕਰੀਬਨ ਇੱਦਾਂ ਦਾ ਕੰਮ ਹੈ ਕਿ ਇੱਕ ਵਾਰ ਜਿਹੜਾ ਮਰੀਜ਼ ਨੇ ਵਿਚਾਰੇ ਨੇ ਕਰਾਉਣਾ ਕੰਮ, ਤੇ ਉਹਨੇ ਪਹਿਲੇ ਮਹੀਨੇ ਤੋਂ ਸ਼ੁਰੂ ਹੋ ਕੇ ਤੇ 9ਵੇਂ ਮਹੀਨੇ ਤੱਕ ਬਾਰ-ਬਾਰ ਅਲਟਰਾਸਾਊਂਡ ਤੇ ਟੈਸਟ ਹੀ ਕਰਾਉਣੇ ਆ। ਅੱਛਾ, ਇੱਦਾਂ ਹੁੰਦਾ ਭਾਜੀ ਕਈ ਵਾਰ ਜਿਵੇਂ ਡਾਕਟਰ ਨਾ ਖੁਦ ਲਿਖ ਦਿੰਦੇ ਨੇ ਫਲਾਣੀ ਲੈਬ ਤੋਂ ਤੁਸੀਂ ਟੈਸਟ ਕਰਵਾਉਣਾ ਹੈ ਨਾ, ਜੇ ਫਿਰ ਉਹ ਉੱਥੋਂ ਨਾ ਕਰਵਾਏ ਬੰਦੇ ਨੂੰ ਵਹਿਮ ਹੋ ਜਾਂਦਾ ਸ਼ਾਇਦ ਉਹੀ ਲੈਬੋਰਟਰੀ ਸਹੀ ਹੈ, ਬਾਕੀਆਂ ਦੀ ਸ਼ਾਇਦ ਜਾਂ ਤਾਂ ਟੈਸਟ ਕਰਨ ਦਾ ਤਰੀਕਾ ਠੀਕ ਨਹੀਂ ਜਾਂ ਵੈਸੇ ਗਲਤ ਨੇ। ਇੱਦਾਂ ਕਿ ਤੁਹਾਡੇ ਨਾਲ ਹੁੰਦਾ ਹੈ ਵੀ ਜਾਂ ਡਾਕਟਰ ਲਿਖ ਕੇ ਭੇਜਦੇ ਹੋ ਨਹੀਂ ਬਾਈ ਸੈਕਟਰ ਜਾ ਕੇ ਉਹਨਾਂ ਕੋਲੋਂ ਹੀ ਕਰਵਾ ਕੇ ਲਿਆਓ, ਜਾਂ ਤੁਹਾਡੇ ਕੋਲੋਂ ਗਿਆ ਹੋਵੇ ਬੰਦਾ ਕਰਵਾ ਕੇ ਉੱਥੋਂ ਰਿਜੈਕਟ ਹੋ ਗਿਆ ਹੋਵੇ? ਵੀਰ ਜੀ ਸਾਡੇ ਨਾਲ ਅਕਸਰ ਇੱਦਾਂ ਹੁੰਦਾ ਹੈ ਕਿ ਸਾਡੇ ਕੋਲੋਂ ਅਲਟਰਾਸਾਊਂਡ ਕੋਈ ਕਰਾ ਕੇ ਗਿਆ ਹੁੰਦਾ ਤੇ ਬਾਹਰਲੇ ਡਾਕਟਰ ਦੀ ਰਿਪੋਰਟ ਰਿਜੈਕਟ ਕਰ ਦਿੰਦੇ ਨੇ ਕਿ ਰਿਪੋਰਟ 'ਚ ਇੱਦਾਂ ਨਹੀਂ ਹੈਗਾ, ਇਹ ਰਿਪੋਰਟ 'ਚ ਇੱਦਾਂ ਨਹੀਂ ਹੈਗਾ, ਇਹਦੇ 'ਚ ਆਹ ਨਹੀਂ ਲਿਖਿਆ, ਇਹਦੇ 'ਚ ਇਹ ਨਹੀਂ ਲਿਖਿਆ। ਜਦ ਕਿ ਮੈਂ ਤੁਹਾਨੂੰ ਖਾਸ ਦੱਸਣਾ ਚਾਹਾਂਗੀ, ਜਦੋਂ ਅਸੀਂ ਪ੍ਰੈਗਨੈਂਸੀ ਦਾ ਅਲਟਰਾਸਾਊਂਡ ਕਰਦੇ ਹਾਂ, ਪ੍ਰੈਗਨੈਂਸੀ ਦਾ ਅਲਟਰਾਸਾਊਂਡ ਕਰਨ ਤੋਂ ਪਹਿਲਾਂ ਸਾਨੂੰ ਡਾਕਟਰ ਦੀ ਇੱਕ ਪਰਚੀ ਆਉਂਦੀ ਹੈ, ਜਿਹਦੇ ਵਿੱਚ ਜੋ ਡਾਕਟਰ ਨੇ ਲਿਖਿਆ ਔਰ ਕਾਨੂੰਨ ਦੇ ਤੌਰ 'ਤੇ ਜੋ ਰਿਪੋਰਟ ਡਾਕਟਰ ਨੇ ਮੰਗੀ ਹੈ ਅਸੀਂ ਉਹ ਦੇਣੀ ਹੈ। ਅਸੀਂ ਕਦੀ ਹੋ ਹੀ ਨਹੀਂ ਸਕਦਾ ਕਿ ਰਿਪੋਰਟ ਇਹ ਨਾ ਲਿਖੀਏ ਜਾਂ ਉਹਨੂੰ ਨਾ ਲਿਖੀਏ। ਪਰ ਇੱਕ ਤੁਹਾਨੂੰ ਪਹਿਲਾਂ ਸਮਝਾਇਆ ਸੀਗਾ ਕਿ ਅੱਖਰਾਂ ਦਾ ਹੇਰ-ਫੇਰ ਹੈਗਾ, ਰਿਪੋਰਟਿੰਗ ਦਾ ਫਾਰਮੈਟ ਹੈ। ਹੁਣ ਮੰਨ ਲਓ ਤੁਸੀਂ PGI ਤੋਂ ਟੈਸਟ ਕਰਾਇਆ, PGI ਵਾਲੇ ਅਲਟਰਾਸਾਊਂਡ ਦੀ ਰਿਪੋਰਟ ਕੀ ਕਰਦੇ ਨੇ, ਇੱਕ ਪੇਜ ਦੇ ਉੱਤੇ ਹੱਥ ਨਾਲ ਲਿਖ ਕੇ ਦੇ ਦਿੰਦੇ ਨੇ, ਰਿਪੋਰਟ ਉਹ ਵੀ ਸਹੀ ਹੈ। ਉਹ ਤੋਂ ਬਾਅਦ ਉਹ ਪੇਸ਼ੈਂਟ ਮੇਰੇ ਕੋਲ ਆ ਗਿਆ, ਮੈਂ ਆਪਣੇ ਲੈਟਰ ਹੈਡ 'ਤੇ ਉਹਦੀ ਰਿਪੋਰਟ ਆਪਣਾ ਕੰਪਿਊਟਰ 'ਤੇ ਫਾਰਮੈਟ ਬਣਾਇਆ ਕਿ ਉਹ ਰਿਪੋਰਟ ਮੈਂ ਬਣਾ ਕੇ ਦੇ ਦਿੱਤੀ। ਹੁਣ ਉਹੀ ਪੇਸ਼ੈਂਟ ਪ੍ਰਾਈਵੇਟ ਚਲਾ ਗਿਆ, ਉਸਨੇ ਉਹੀ ਰਿਪੋਰਟ ਨੂੰ ਹੋਰ ਹਾਰ ਸ਼ਿੰਗਾਰ ਕੇ 2 ਪੇਜਾਂ 'ਚ ਕੱਢ ਕੇ ਥੋੜ੍ਹੀ ਹੋਰ ਸੈਟਿੰਗ ਜੀ ਅੱਛੀ ਕਰਕੇ ਰਿਪੋਰਟ ਦੇ ਦਿੱਤੀ। ਬਸ ਇਹੀ ਹੇਰ-ਫੇਰ ਹੈ, ਰਿਪੋਰਟ 'ਚ ਕੋਈ ਫਰਕ ਨਹੀਂ ਹੁੰਦਾ। ਅੱਛਾ ਭਾਈ, ਚੰਡੀਗੜ੍ਹ ਵਿੱਚ ਮੈਂ ਦੇਖਦਾ ਕਈ ਪ੍ਰਾਈਵੇਟ ਸੈਂਟਰਸ ਬਹੁਤ ਨੇ, ਲੈਬੋਰਟਰੀਜ਼ ਬਹੁਤ ਜ਼ਿਆਦਾ ਨੇ, ਤੇ ਉਹਨਾਂ ਦੇ ਵਿੱਚ ਜਾਂ ਉਹਨਾਂ ਦੀਆਂ ਮਸ਼ੀਨਾਂ ਜਾਂ ਤੁਹਾਡੀਆਂ ਮਸ਼ੀਨਾਂ 'ਚ ਫਰਕ ਹੈਗਾ ਕੋਈ? ਵੀਰ ਜੀ ਤੁਸੀਂ ਮੇਰੀ ਗੱਲ ਨੂੰ ਸੁਣ ਕੇ ਬੜਾ ਹੈਰਾਨ ਹੋਵੋਗੇ। ਤੁਸੀਂ ਮਸ਼ੀਨਾਂ ਦੀ ਗੱਲ ਕਰਦੇ ਹੋ, ਮੇਰੇ ਕੋਲ ਤਾਂ ਇੱਕ ਸਮਾਂ ਇੱਦਾਂ ਦਾ ਸੀ ਜਦੋਂ ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਇੱਕ ਡਾਕਟਰ ਸੀਗੇ ਜਿਹੜੇ ਕਿ ਦਿਨ ਵੇਲੇ ਮੇਰੇ ਕੋਲ ਨੌਕਰੀ ਕਰਦੇ ਸੀਗੇ, ਸ਼ਾਮ ਨੂੰ ਪ੍ਰਾਈਵੇਟ ਡਾਕਟਰ ਕੋਲ ਨੌਕਰੀ ਕਰਦੇ ਸੀਗੇ। ਜਿਹੜੀ ਮਸ਼ੀਨ ਮੇਰੇ ਕੋਲ ਸੀਗੀ ਉਹੀ ਮਸ਼ੀਨ ਪ੍ਰਾਈਵੇਟ ਡਾਕਟਰ ਕੋਲ ਸੀਗੀ। ਤੇ ਜਦੋਂ ਕਿਸੇ ਡਾਕਟਰ ਕੋਲ, ਹੋਰ ਡਾਕਟਰ ਦਾ ਨਾਮ ਨਹੀਂ ਲੈਣਾ ਚਾਹਾਂਗਾ, ਉਹਦੇ ਕੋਲ ਜਦੋਂ ਮੇਰੀ ਰਿਪੋਰਟ ਜਾਂਦੀ ਸੀ ਤੇ ਉਹ ਕਹਿੰਦਾ ਸੀ ਰਿਪੋਰਟ ਗਲਤ ਹੈ। ਜਦੋਂ ਉਸੀ ਲੈਟਰ ਹੈਡ 'ਤੇ ਉਸੀ ਡਾਕਟਰ ਦੀ ਉਸੀ ਮਸ਼ੀਨ 'ਤੇ ਕੀਤੀ ਰਿਪੋਰਟ ਸ਼ਾਮ ਨੂੰ ਦੂਜੀ ਚੱਲ ਜਾਂਦੀ ਸੀ, ਉਹ ਕਹਿੰਦਾ ਰਿਪੋਰਟ ਸਹੀ ਹੈ। ਹੁਣ ਤੁਸੀਂ ਆਪ ਦੱਸ ਦਿਓ ਕਿ ਉਹਦੇ 'ਚ ਅਸੀਂ ਕੀ ਕਰ ਸਕਦੇ ਹਾਂ? ਸਾਡਾ ਤਾਂ ਕੋਈ ਕਸੂਰ ਨਹੀਂ ਉਹਦੇ 'ਚ। ਡਾਕਟਰ ਵੀ ਉਹੀ ਹੈ, ਮਸ਼ੀਨ ਵੀ ਉਹੀ ਹੈ, ਰਿਪੋਰਟ ਵੀ ਉਹੀ ਹੈ, ਬਸ ਉੱਪਰ ਲੈਟਰ ਹੈਡ ਦਾ ਨਾਮ ਚੇਂਜ ਹੋ ਗਿਆ ਤੇ ਸਾਡੀ ਰਿਪੋਰਟ ਗਲਤ ਹੋ ਗਈ। ਮਤਲਬ ਇਹ ਕਹਿਣਾ ਗਲਤ ਨਹੀਂ ਕਿ ਜਿਵੇਂ ਮੈਡੀਕਲ ਮਾਫੀਆ ਹੈਗਾ ਉਵੇਂ ਹੀ ਲੈਬੋਰਟਰੀਜ਼ ਦੇ ਵਿੱਚ ਵੀ ਇੱਕ ਮਾਫੀਆ ਚੱਲ ਰਿਹਾ ਬਹੁਤ ਵੱਡਾ ਹੈਗਾ ਵੀਰ ਜੀ, ਪਰ ਚੰਗੇ ਵੀ ਨੇ ਮਾੜੇ ਵੀ ਨੇ। ਮੈਂ ਤਾਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਸਾਡੇ ਕੋਲ ਕਈ ਡਾਕਟਰ ਨੇ, ਮੈਂ ਅਗਰ ਨਾਮ ਦੀ ਲੈਣ ਲੱਗ ਜਾਂ ਤਾਂ ਘੱਟੋ ਘੱਟ 10-15 ਡਾਕਟਰ ਤਾਂ ਇੱਦਾਂ ਦੇ ਹੋਣਗੇ ਜਿਨ੍ਹਾਂ ਦੇ ਕਾਰਡ 'ਤੇ ਲਿਖ ਕੇ ਆਇਆ ਹੁੰਦਾ ਕਿ ਤੁਸੀਂ ਆ ਬਾਈ ਦੇ ਗੁਰਦੁਆਰੇ ਚਲੇ ਜਾਓ ਜਾਂ ਤੁਸੀਂ 24 ਸੈਕਟਰ ਚਲੇ ਜਾਓ, ਵੀ ਉੱਥੇ ਘੱਟ ਰੇਟ 'ਤੇ ਵਧੀਆ ਕੰਮ ਹੁੰਦਾ। ਤੇ ਲੋਕੀ ਆਉਂਦੇ ਨੇ, ਚੰਗੇ ਵੀ ਬੈਠੇ ਨੇ, ਪਰ ਮਾੜੇ ਦੀ ਤਾਦਾਦ ਵੀ ਹੈਗੀ ਹੈ। ਭਾਜੀ ਨੇ ਕਿਹਾ ਵੀ 10-12 ਨਾਮ ਤਾਂ ਇੱਦਾਂ ਦੇ ਗਿਣਾ ਦਾਂਗਾ ਮੈਂ, ਹਜ਼ਾਰਾਂ ਹੀ ਡਾਕਟਰ ਚੰਡੀਗੜ੍ਹ ਵਿੱਚ ਨੇ, ਲੇਕਿਨ ਉਹਨਾਂ ਵਿੱਚੋਂ 10-12 ਬੰਦਿਆਂ ਦੀ ਜ਼ਮੀਰ ਜਾਗਦੀ ਹੈ। ਬਸ ਵੀਰ ਜੀ, ਹੁਣ ਤੁਸੀਂ ਆਪ ਦੇਖਿਆ ਵੀ ਇਹ ਮਾਫੀਆ ਹੀ ਐਡਾ ਵੱਡਾ, ਤੁਹਾਨੂੰ ਪਤਾ ਹੈ ਵੀ ਕਮਿਸ਼ਨ ਨੇ ਸਾਰਾ ਜੋ ਸਾਨੂੰ ਲੱਗਦਾ। ਇਕੱਲੇ ਅਲਟਰਾਸਾਊਂਡ ਜਾਂ ਲੈਬ ਟੈਸਟ ਨਹੀਂ ਹੈਗਾ, ਜਦੋਂ ਤੁਸੀਂ ਇਹਦੇ ਅੰਦਰ ਜਾ ਕੇ ਵੜੋਗੇ ਤੇ ਹੋਰ ਆਪਰੇਸ਼ਨਾਂ ਤੱਕ ਦੇ ਤੁਹਾਨੂੰ ਪਤਾ ਬਹੁਤ ਵੱਡਾ ਕਾਲ ਚੱਕਰ ਹੈਗਾ ਮੈਡੀਕਲ 'ਚ। ਅਸੀਂ ਇਹ ਚਾਹੁੰਦੇ ਹਾਂ ਵੀ ਸਰਕਾਰਾਂ ਕੁਝ ਇਹਦੇ 'ਤੇ ਲਾਮਬੰਦ ਹੋਣ, ਕੋਈ ਇੱਦਾਂ ਦੇ ਪ੍ਰੋਟੋਕੋਲ ਬਣਾਉਣ ਵੀ ਤੁਸੀਂ ਇੰਨਾ ਹੀ ਰੇਟ ਲੈ ਸਕਦੇ ਹੋ, ਇੱਦਾਂ ਹੀ ਕੰਮ ਕਰ ਸਕਦੇ ਹੋ, ਇੱਦਾਂ ਹੋਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ। ਬਾਕੀ ਇਹ ਕਿ ਜਿੰਨਾ ਕੁ ਅਸੀਂ ਦੇਖਿਆ ਕਿ ਸਿਰਫ ਫੈਸਿਲਿਟੀ ਦੇ ਨਾਮ ਦੇ ਉੱਤੇ
ਲੁੱਟ ਖਸੁੱਟ ਕੀਤੀ ਜਾਂਦੀ ਹੈ। ਪਰ ਜੇ ਅਸੀਂ ਫੈਸਿਲਿਟੀ ਨੂੰ ਲੈ ਕੇ ਚੱਲੀਏ, ਸਾਡੇ ਸੈਂਟਰ ਦੇ ਵਿੱਚ ਮਤਲਬ ਤੁਸੀਂ ਸਾਫ਼ ਸਫਾਈ ਦੇਖ ਲਓ, ਮਸ਼ੀਨਾਂ ਦੇਖ ਲਓ, ਡਾਕਟਰਾਂ ਦੀ ਕੁਆਲੀਫਿਕੇਸ਼ਨ ਦੇਖ ਲਓ, ਡਾਕਟਰਾਂ ਦੀ ਤਨਖਾਹ ਦੇਖ ਲਓ, ਸਟਾਫ ਦੀ ਤਨਖਾਹ ਦੇਖ ਲਓ, ਸਭ ਤਕਰੀਬਨ ਪ੍ਰਾਈਵੇਟ ਫੈਸਿਲਿਟੀ ਦੇਣ ਨੂੰ ਤੁਸੀਂ ਹੁਣ ਟੈਸਟ ਹੀ ਕਰਨੇ ਆ ਲੋਕਾਂ ਦੇ। ਸਪਾ ਸੈਂਟਰ ਤਾਂ ਖੁੱਲ੍ਹੇ ਨਹੀਂ ਕਿ ਮਸਾਜ ਕਰੀਏ ਅਸੀਂ, ਉਹ ਤੁਹਾਡੇ ਕੋਲ ਵੀ ਪੂਰਾ ਸਾਫ਼ ਸਫਾਈ ਮੈਂ ਦੇਖ ਰਿਹਾ, ਸਾਫ਼ ਸਫਾਈ ਪੂਰੀ ਹੈਗੀ ਹੈ, ਮਸ਼ੀਨਰੀ ਸਾਰੀਆਂ ਨਵੀਆਂ ਨੇ। ਹੋਰ ਫੈਸਿਲਿਟੀ ਦੱਸੋ ਲੋਕਾਂ ਨੂੰ ਕੀ ਦੇਣੀ ਇਹਨਾਂ ਨੇ? ਮੈਂ ਉਹੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਨਾ ਕਿ ਤਕਰੀਬਨ ਫੈਸਿਲਿਟੀ ਦੇ ਨਾਮ ਦੇ ਉੱਤੇ ਹੀ ਉਹ, ਜਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਇੱਕ ਲੈਟਰ ਹੈਡ ਹੈਗਾ, ਉਹ ਇੱਕ ਰਿਪੋਰਟ ਮੈਂ ਇੱਕ ਪੇਜ ਤੇ ਬਣਾ ਦੇਣੀ, ਉਹਨਾਂ ਨੂੰ ਰਿਪੋਰਟ ਨੂੰ 3 ਖੇਡ ਸਾਰੀ ਕਮਿਸ਼ਨ ਦੀ ਹੈਗੀ ਹੈ। ਅੱਛਾ ਭਾਜੀ, ਜਿਵੇਂ ਕਈਆਂ ਨੂੰ ਇਹ ਲੱਗਦਾ ਕਿ ਇਹ ਜਿਹੜਾ ਸੈਂਟਰ ਹੈਗਾ ਉਹ ਚੈਰੀਟੇਬਲ ਸੈਂਟਰ ਹੈਗਾ, ਜਾਂ ਚੰਡੀਗੜ੍ਹ ਵਿੱਚ ਚੈਰੀਟੇਬਲ ਹੋਰ ਵੀ ਚੱਲ ਰਹੇ ਨੇ, ਉਹਦੇ ਬਾਰੇ ਥੋੜ੍ਹੀ ਸਾਫ਼। ਵੀਰ ਜੀ, ਮੇਰਾ ਆਪਣਾ ਤਜਰਬਾ ਤਾਂ ਇਹ ਕਹਿੰਦਾ ਹੈ ਕਿ ਮੈਂ ਤਕਰੀਬਨ ਤੁਹਾਨੂੰ ਦੱਸਿਆ 2006 ਤੋਂ ਲੈ ਕੇ ਹੁਣ ਤੱਕ ਇੱਕ ਸੈਂਟਰ ਨੂੰ ਰਨ ਕੀਤਾ ਜੀ, ਜਿਹਦੇ ਵਿੱਚ ਮੈਨੂੰ ਗੁਰਦੁਆਰਾ ਸਾਹਿਬ 22 ਸੈਕਟਰ ਦੀ ਸਥਾਪਨਾ ਕਮੇਟੀ ਨੇ ਬਹੁਤ ਸਹਿਯੋਗ ਦਿੱਤਾ ਜੀ। ਮਤਲਬ ਮੈਂ ਤੇ ਇੱਥੋਂ ਤੱਕ ਕਹਿਣਾ ਚਾਹਾਂਗਾ ਕਿ ਇਹਨਾਂ ਨੇ ਮੈਨੂੰ ਇੱਥੋਂ ਤੱਕ ਛੂਟ ਦਿੱਤੀ ਹੋਈ ਸੀ, ਤੂੰ ਕੋਈ ਕੰਮ ਕਰ ਦੇ ਜੀ, ਕਿ ਸਾਨੂੰ ਬਾਅਦ 'ਚ ਪੁੱਛੀ ਜੀ, ਕਿ ਸਾਨੂੰ ਪਤਾ ਤੇਰੇ ਤੇ ਪੂਰਾ ਵਿਸ਼ਵਾਸ ਹੈ ਕਿ ਤੂੰ ਕੋਈ ਗਲਤ ਕੰਮ ਨਹੀਂ ਕਰੇਗਾ। ਤੇ ਮੈਂ 2006 ਤੋਂ ਅੱਜ ਤੱਕ ਸ਼ੁਰੂ ਕੀਤਾ ਹੈ। ਮੈਨੂੰ ਇੰਨੇ ਸਾਲ 'ਚ ਅੱਜ ਤੱਕ 1 ਰੁਪਿਆ ਕਿਸੇ ਕੋਲੋਂ ਡੋਨੇਸ਼ਨ ਦੇ ਰੂਪ 'ਚ ਮੰਗਣ ਦੀ ਜ਼ਰੂਰਤ ਨਹੀਂ ਪਈ। ਮੈਂ ਲੈਬੋਰਟਰੀ ਤੋਂ ਸ਼ੁਰੂ ਕੀਤਾ ਸੀ, ਲੈਬੋਰਟਰੀ ਤੋਂ ਬਾਅਦ ਅਸੀਂ ਐਕਸਰੇ ਲਗਾਇਆ, ਉਸ ਤੋਂ ਬਾਅਦ ਅਸੀਂ ਅਲਟਰਾਸਾਊਂਡ ਲਗਾਇਆ, ਅਲਟਰਾਸਾਊਂਡ ਅਸੀਂ ਸਿਟੀ ਸਕੈਨ ਲਗਾਇਆ। ਸਾਡਾ ਸਾਰਾ ਕੰਮ ਤਕਰੀਬਨ ਅਕਾਊਂਟਸ ਤੋਂ ਦੇਖ ਲਓ, ਸਾਰਾ ਸਾਡਾ ਕੰਮ ਬਿਲਕੁਲ 1 ਨੰਬਰ 'ਚ ਅਸੀਂ ਕੰਮ ਕਰਦੇ ਹਾਂ। ਕੋਈ ਸਾਨੂੰ 2 ਰੁਪਏ ਦੀ ਕਿਸੇ ਕੋਲ ਡੋਨੇਸ਼ਨ ਦੀ ਲੋੜ ਨਹੀਂ ਪੈਂਦੀ। ਕਦੇ ਵੀ ਫਾਈਨੈਂਸ ਦੀ ਜ਼ਰੂਰਤ ਪੈਂਦੀ ਤਾਂ ਬੈਂਕਾਂ ਤੋਂ ਲੋਨ ਲੈ ਕੇ ਕੰਮ ਕੀਤਾ ਜਾਂਦਾ, ਪਰ ਕਿਸੇ ਕੋਲੋਂ 2 ਰੁਪਏ ਦੀ ਡੋਨੇਸ਼ਨ ਮੰਗੀ ਨਹੀਂ ਜਾਂਦੀ। ਬਾਬੇ ਨਾਨਕ ਦੀ ਪੂਰੀ ਕਿਰਪਾ ਹੈ। ਮਤਲਬ ਮੈਂ ਤਾਂ ਇੱਕ ਮੰਨਦਾ ਕਿ ਸਾਡੇ ਕੰਮ ਦੇ ਵਿੱਚ, ਜਿਵੇਂ ਤੁਸੀਂ ਪਹਿਲਾਂ ਵੀ ਦੇਖਿਆ ਮੋਦੀ ਖਾਨੇ ਦਾ ਇੰਨਾ ਰੌਲਾ ਪਿਆ ਵੀ ਸਾਡੀ ਮੈਡੀਕਲ ਲਾਈਨ 'ਚ ਮਾਰਜਨ ਹੀ ਤਕਰੀਬਨ ਇੰਨਾ ਹੈਗਾ ਵੀ ਤੁਸੀਂ ਅਗਰ ਸੇਵਾ ਭਾਵ ਨਾਲ ਨਾ ਮਾਤਰ ਦੇ ਉੱਤੇ ਵੀ ਲੈ ਕੇ ਕੰਮ ਕਰੋ ਤੇ ਤੁਹਾਡੀ ਇਨਕਮ ਵੀ ਹੈਗੀ ਹੈ ਤੇ ਤੁਸੀਂ ਲੋਕਾਂ ਦੀ ਸੇਵਾ ਵੀ ਕਰ ਸਕਦੇ ਹੋ। ਬਿਲਕੁਲ। ਗੁਰਜੋਤ ਸਿੰਘ ਸਾਨੀ ਜੀ ਖੜੇ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਗੱਲਬਾਤ ਕਰਾਂਗੇ। ਭਾਈ ਪਹਿਲਾਂ ਤਾਂ ਮੇਰੇ ਖਿਆਲ 'ਚ ਬਹੁਤ ਸ਼ਲਾਘਾਯੋਗ ਕਦਮ ਹੈਗਾ ਜੇ ਤੁਸੀਂ ਇੱਕ ਮੌਕਾ ਲੋਕ ਕਿਸੇ ਨੂੰ ਵੀ ਮੌਕਾ ਚਾਹੀਦਾ ਹੁੰਦਾ ਹੈ, ਤੁਸੀਂ ਇਹ ਮੌਕਾ ਮੇਰੇ ਖਿਆਲ ਭਾਜੀ ਨੂੰ ਦਿੱਤਾ ਹੈ ਜੋ ਇਹ ਸੇਵਾ ਕਰ ਰਹੇ ਨੇ। ਇਸ ਸੇਵਾ ਤੁਹਾਡਾ ਬਹੁਤ ਵੱਡਾ ਹੱਥ ਹੈ। ਜਦੋਂ ਸਭ ਤੋਂ ਪਹਿਲਾਂ ਇਹ ਆਈਡੀਆ ਲੈ ਕੇ ਤੁਹਾਡੇ ਕੋਲ ਆਏ ਸੀ ਜਾਂ ਗੁਰਦੁਆਰਾ ਸਾਹਿਬ ਕੋਲ ਆਏ ਸੀ ਤਾਂ ਉਦੋਂ ਕੋਈ ਕਿੰਤੂ ਪਰੰਤੂ ਸੀ ਦਿਮਾਗ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਚੰਗੇ ਕੰਮ ਵਾਸਤੇ ਕਦੀ ਵੀ ਕੋਈ ਮੌਕਾ ਉਹ ਬਾਬਾ ਬਣਾ ਕੇ ਭੇਜਦਾ ਹੈ। ਇਹ ਸਾਡੇ ਸੁਭਾਗ ਨੇ ਕਿ ਸਰਦਾਰ ਅੰਮ੍ਰਿਤਪਾਲ ਸਿੰਘ ਵਰਗੇ ਵਿਅਕਤੀ ਸਾਡੇ ਕੋਲ ਆਏ, ਔਰ ਜਿੱਥੇ ਅਸੀਂ ਇਹਨਾਂ ਦਾ ਸਾਥ ਲਿੱਤਾ ਹੈ ਤੇ ਸਾਡਾ ਸਾਥ ਉਸ ਗੁਰੂ ਪਾਤਸ਼ਾਹ ਨੇ ਦਿੱਤਾ ਹੈ ਤੇ ਅਸੀਂ ਅੱਜ ਇੱਥੇ ਪਹੁੰਚ ਗਏ ਹਾਂ। ਸੋ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਾ ਉਸ ਸਮੇਂ ਵਿੱਚ ਸੀ ਨਾ ਅੱਜ ਹੈਗਾ। ਇਹ ਇੱਕ ਸੇਵਾ ਦਾ ਭਾਵਨਾ ਨਾਲ ਕੰਮ ਚੱਲ ਰਿਹਾ ਹੈ। ਜਿਹੜੀ ਗੱਲ ਪਹਿਲੇ ਅੰਮ੍ਰਿਤਪਾਲ ਸਿੰਘ ਹੋਰੀ ਕਹਿ ਚੁੱਕੇ ਨੇ, ਮੈਂ ਤਾਂ ਮੁਬਾਰਕ ਦੇਵਾਂਗਾ ਤੁਹਾਨੂੰ ਕਿ ਤੁਸੀਂ ਇੱਕ ਇਹ ਵੱਡਾ ਜਿਹੜਾ ਮਾਫੀਆ ਕੱਢੋਗੇ ਬਾਹਰ, ਜਿਹੜਾ ਕਿ ਪ੍ਰਾਈਵੇਟ ਲੈਬਸ, ਡਾਕਟਰਸ ਸਭ ਦੇ ਨਾਲ ਮਿਲ ਕੇ ਚੱਲ ਰਿਹਾ ਹੈ, ਜਿਹਨੂੰ ਅਸੀਂ ਨਜ਼ਰ ਅੰਦਾਜ਼ ਕਰਦੇ ਪਏ ਹਾਂ। ਬਟ ਜਿਵੇਂ ਮੈਂ ਇੱਕ ਜ਼ਰੂਰ ਐਡ ਕਰਨੀ ਚਾਹਾਂਗਾ ਗੱਲ ਕਿ ਸਾਡੀਆਂ ਮਸ਼ੀਨਾਂ, ਸਾਡੇ ਡਾਕਟਰ ਤੇ ਸਾਡਾ ਇਹ ਸੈਂਟਰ, ਤੁਸੀਂ ਇੱਥੋਂ ਦੇਖ ਕੇ ਕਿਸੇ ਵੱਡੇ ਤੋਂ ਵੱਡੇ ਪ੍ਰਾਈਵੇਟ ਸੈਂਟਰ ਵਿੱਚ ਚਲੇ ਜਾਓ, ਮੇਰੇ ਖਿਆਲ ਨਾਲ 19-21 ਦਾ ਤੁਹਾਨੂੰ ਸ਼ਾਇਦ ਫ਼ਰਕ ਨਜ਼ਰ ਆਏ। ਉਹ ਮੈਂ ਇਸ ਲਈ ਕਹਿ ਰਿਹਾ ਕਿ ਉੱਥੇ ਇੱਕ ਅੱਛੇ ਤਰੀਕੇ ਨਾਲ ਤੁਹਾਨੂੰ ਸ਼ਾਇਦ ਚਾਹ ਕੌਫੀ ਪੁੱਛ ਲੈਣਗੇ, ਉਸ ਤੋਂ ਇਲਾਵਾ ਹੋਰ ਕੋਈ ਫ਼ਰਕ ਨਹੀਂ ਮਿਲੇਗਾ। ਇਹ ਸਾਡਾ ਪੂਰਾ ਤਜਰਬਾ ਹੈ ਤੇ ਜੋ ਸੇਵਾ ਦਿੱਤੀ ਜਾ ਰਹੀ ਹੈ ਉਹ ਤੁਹਾਡੇ ਸਾਹਮਣੇ ਹੈ। ਜੋ ਭਾਈ ਤੁਹਾਨੂੰ ਕਦੇ ਦਿਲ ਨੂੰ ਤਸੱਲੀ ਹੁੰਦੀ ਹੈ ਵੀ ਕਿ ਪਤਾ ਨਹੀਂ ਕਿੰਨੇ ਕੁ ਲੋਕ ਇੱਥੇ ਆਉਂਦੇ ਨੇ ਜੋ ਵਿਚਾਰੇ, ਕਈਆਂ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਹੁੰਦੇ ਕਿ ਟੈਸਟ ਕਰਵਾ ਸਕਣ ਉਹ ਪ੍ਰਾਈਵੇਟ ਲੈਬਾਂ ਦੇ ਵਿੱਚ, ਅਤੇ ਇੱਥੇ ਆ ਕੇ ਬੜੀ ਹੀ ਕਿਫਾਇਤੀ ਰੇਟਾਂ, ਬਹੁਤ ਹੀ ਘੱਟ ਰੇਟਾਂ ਦੇ, ਨਾ ਮਾਤਰ ਰੇਟਾਂ 'ਤੇ ਇੱਥੇ ਟੈਸਟ ਹੁੰਦੇ ਨੇ ਅਤੇ ਇੱਕ ਤਸੱਲੀ ਹੁੰਦੀ ਹੈ ਵੀ ਨਹੀਂ ਵਾਕਈ ਅਸੀਂ ਕੁਛ ਚੰਗਾ ਕੰਮ ਤਾਂ ਕਰ ਰਹੇ ਹਾਂ। ਦੇਖੋ, ਤਸੱਲੀ ਤਾਂ ਇੰਨੀ ਕੁ ਹੁੰਦੀ ਹੈ ਕਿ ਲੱਗਦਾ ਹੈ ਕਿ ਸ਼ਾਇਦ ਉਸ ਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੈ ਕਿ ਅੱਜ ਇਸ ਜੀਵਨ ਦੇ ਵਿੱਚ ਇਹ ਸਾਨੂੰ ਸਮਾਂ ਉਹਨੇ ਦੇ ਦਿੱਤਾ ਹੈ। ਅਸੀਂ ਇਕੱਲੇ ਟੈਸਟ ਦੇ ਪੈਸੇ ਤਾਂ ਲੈਂਦੇ ਹਾਂ ਜੋ ਕਿ ਨਾਮ ਮਾਤਰ ਨੇ ਪ੍ਰਾਈਵੇਟ ਨਾਲ ਜੇ ਅਸੀਂ ਕੰਪੇਅਰ ਕਰੀਏ, ਬਟ ਰੋਜ਼ 3 ਤੋਂ 5 ਟੈਸਟ ਅਸੀਂ ਫ੍ਰੀ ਕਰ ਰਹੇ ਹਾਂ। ਉਹ ਇਸ ਕਰਕੇ ਕਰ ਰਹੇ ਹਾਂ ਕਿ ਜਿਹੜਾ ਨਹੀਂ ਦੇ ਸਕਦਾ, ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਾਈਵੇਟ ਲੈਬ ਵਾਲੇ ਉਹਨੂੰ ਅਫੋਰਡ ਕਰ ਸਕਦੇ ਨੇ, ਸਾਡੇ ਤੋਂ ਵੱਧ ਪੈਸੇ ਲੈ ਰਹੇ ਨੇ ਤਾਂ ਵੀ ਨਹੀਂ ਕਰਦੇ, ਪਰ ਅਸੀਂ ਬਿਲਕੁਲ ਨੋ ਪ੍ਰੋਫਿਟ ਨੋ ਲਾਸ ਤੇ ਕਰਕੇ ਅਸੀਂ ਫ੍ਰੀ ਕਰਨ ਨੂੰ ਤਿਆਰ ਹੈਗੇ ਹਾਂ। ਸੋ ਇਹ ਇੱਕ ਸੰਤੁਸ਼ਟੀ ਤਾਂ ਬਿਲਕੁਲ ਹੈਗੀ ਹੈ ਤੇ ਅਸੀਂ ਇਸ ਸੰਤੁਸ਼ਟੀ ਨੂੰ ਹੋਰ ਵਧਾਉਣਾ ਚਾਹੁੰਦੇ ਹਾਂ ਤੁਹਾਡੇ ਸਹਿਯੋਗ ਦੇ ਨਾਲ ਕਿ ਮੀਡੀਆ ਬਹੁਤ ਵੱਡਾ ਰੋਲ ਅੱਜ ਕੱਲ੍ਹ ਅਦਾ ਕਰਦਾ ਹੈ ਤੇ ਤੁਸੀਂ ਇਹੋ ਜਿਹੇ ਸੈਂਟਰਾਂ ਨੂੰ ਜ਼ਰੂਰ ਅੱਗੇ ਲਿਆਓ ਤਾਂ ਕਿ ਲੋਕਾਂ ਨੂੰ, ਜ਼ਰੂਰਤਮੰਦਾਂ ਨੂੰ ਪਤਾ ਲੱਗੇ ਕਿ ਸਾਡਾ
ਜੋ ਉਪਰਾਲਾ ਹੈ ਉਹ ਉਪਰਾਲਾ ਇੱਕ ਛੋਟੇ ਕਦਮ ਤੇ ਨਹੀਂ ਹੈ, ਵੱਡੇ ਕਦਮ ਤੇ ਹੀ ਚੱਲ ਰਿਹਾ। ਦੂਜੀ ਚੀਜ਼, ਚੈਰੀਟੇਬਲ ਦੇ ਨਾਮ ਤੇ ਤੁਸੀਂ ਪੁੱਛਿਆ ਸੀ, ਚੈਰੀਟੇਬਲ ਦੇ ਨਾਮ ਤੇ ਬਹੁਤ ਵੱਡਾ ਮਾਫੀਆ ਹੈ। ਇੱਥੇ ਕਈ ਚੈਰੀਟੇਬਲ ਅੱਜ ਕੱਲ੍ਹ ਖੁੱਲ੍ਹਣੇ ਸ਼ੁਰੂ ਹੋ ਗਏ ਨੇ। ਕੋਈ ਅੱਖਾਂ ਦਾ ਚੈਰੀਟੇਬਲ, ਕੋਈ ਦੰਦਾਂ ਦਾ ਚੈਰੀਟੇਬਲ, ਕੋਈ ਹਾਰਟ ਦਾ ਚੈਰੀਟੇਬਲ। ਸੋ ਇਹ ਚੈਰੀਟੇਬਲ ਦਾ ਮਤਲਬ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ। ਚੈਰੀਟੇਬਲ ਦਾ ਮਤਲਬ ਕੁਝ ਹੋਰ ਸੀ, ਬਣਾ ਕੁਝ ਹੋਰ ਦਿੱਤਾ ਹੈ। ਮੈਂ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਦਾਤ ਦੇਵਾਂਗਾ ਇਸ ਗੱਲ ਦੇ ਉੱਪਰ ਕਿ ਅੱਜ ਤੱਕ ਇਹਨਾਂ ਨੇ 1 ਰੁਪਏ ਦੀ ਡੋਨੇਸ਼ਨ ਕਿਸੇ ਤੋਂ ਨਹੀਂ ਲਿੱਤੀ। ਤੁਸੀਂ ਅਕਾਊਂਟ ਚੈੱਕ ਕਰ ਸਕਦੇ ਹੋ, ਅਸੀਂ ਖੁੱਲ੍ਹੀ ਤੁਹਾਨੂੰ ਆਫਰ ਦਿੰਦੇ ਹਾਂ, ਤੁਸੀਂ ਅਕਾਊਂਟਸ ਚੈੱਕ ਕਰੋ। ਅਸੀਂ ਬਿਨਾਂ ਡੋਨੇਸ਼ਨ ਦੇ ਤੇ ਜੋ ਨਾਮ ਮਾਤਰ ਚਾਰजेस ਪ੍ਰੋਫਿਟ ਐਂਡ ਨੋ ਪ੍ਰੋਫਿਟ ਨੋ ਲਾਸ ਬੇਸਿਸ ਤੇ ਲੈ ਰਹੇ ਹਾਂ, ਉਹਦੇ ਬਾਅਦ ਵੀ ਇਹ ਸੈਂਟਰ ਵਧੀਆ ਚਲਾ ਰਹੇ ਹਾਂ। ਤੇ ਇੱਕ ਲੈਬ ਤੋਂ ਅੱਜ ਸਿਟੀ ਸਕੈਨ ਤੱਕ ਪਹੁੰਚ ਗਏ ਹਾਂ ਤੇ ਸਾਡੀ ਆਸ ਹੈ ਉਹ ਗੁਰੂ ਨਾਨਕ ਪਾਤਸ਼ਾਹ ਸਾਡੀ ਉੱਪਰ ਪੂਰੇ ਹੀ ਆਪਣੀ ਰਹਿਮੋ ਕਰਮ ਰੱਖੇਗਾ ਤੇ ਬਹੁਤ ਜਲਦ ਅਸੀਂ MRI ਤੱਕ ਵੀ ਜਾਵਾਂਗੇ। ਇਹ ਸੇਵਾ ਗੁਰੂ ਸਾਹਿਬ ਕਰਵਾ ਰਿਹਾ, ਸਾਡੇ ਵੱਸ ਦੀ ਨਹੀਂ ਹੈ। ਬਿਲਕੁਲ, ਦੇਖੋ ਨੀਅਤ ਹੋਣੀ ਬਹੁਤ ਜ਼ਰੂਰੀ ਹੈ, ਰੱਬ ਵੀ ਆਪਣੇ ਆਪ ਇਹ ਸਾਥ ਦਿੰਦਾ ਹੈ। ਅੱਛਾ ਭਾਜੀ, ਜਿਵੇਂ ਨੋ ਪ੍ਰੋਫਿਟ ਨੋ ਲਾਸ ਤੇ ਜਿੱਦਾਂ ਹੁਣ ਜਦੋਂ ਜਿੰਦੂ ਸਾਹਿਬ ਦੀ ਇੱਕ ਵੀਡੀਓ ਆਈ ਉਸ ਤੋਂ ਬਾਅਦ ਕਈਆਂ ਨੇ ਹੋਰ ਜੋ ਕੈਮਿਸਟ ਐਸੋਸੀਏਸ਼ਨ ਹੈ ਉਹਨਾਂ ਨੇ ਬੋਲਿਆ ਆ, ਕਈਆਂ ਨੇ ਬੋਲਿਆ ਨੋ ਪ੍ਰੋਫਿਟ ਨੋ ਲਾਸ ਤੇ ਜੇ ਮੋਦੀ ਖਾਨਾ ਚੱਲ ਸਕਦਾ ਹੈ, ਘੱਟੋ ਘੱਟ ਰੋਟੀ ਤਾਂ ਉਹਨਾਂ ਦੀ ਵੀ ਚੱਲ ਰਹੀ ਹੈ ਨਾ, ਮਤਲਬ ਕਿ ਸੰਤੁਸ਼ਟੀ ਉਹਨਾਂ ਨੂੰ ਘੱਟ ਪੈਸਿਆਂ 'ਚ ਸੰਤੁਸ਼ਟੀ ਹੈਗੀ ਹੈ। ਤੁਸੀਂ ਨੋ ਪ੍ਰੋਫਿਟ ਨੋ ਲਾਸ 'ਤੇ ਕੰਮ ਕਰ ਰਹੇ ਹੋ ਅਤੇ ਰੋਟੀ ਤੁਹਾਡੀ ਵੀ ਚੱਲ ਰਹੀ ਹੈ, ਮਹਾਰਾਜ ਨੇ ਲਾਈ ਹੈ, ਸੰਤੁਸ਼ਟੀ ਹੈਗੀ ਹੈ। ਫਿਰ ਜਿਹੜੇ ਮਹਿੰਗੇ ਰੇਟਾਂ ਦੇ ਵੀ ਕਰ ਰਹੇ ਨੇ ਉਹਨਾਂ ਵਿੱਚ ਵੀ ਸੰਤੁਸ਼ਟੀ ਕਿਉਂ ਨਹੀਂ ਹੁੰਦੀ? ਇਹਦਾ ਜਵਾਬ ਵੀਰ ਜੀ ਮੇਰੇ ਕੋਲੋਂ ਤਾਂ ਨਹੀਂ ਦਿੱਤਾ ਜਾਣਾ ਤੁਹਾਨੂੰ, ਕਿਉਂਕਿ ਮੇਰੀ ਉਹ ਲਾਈਨ ਨਹੀਂ ਹੈਗੀ। ਪਰ ਮੈਂ ਇੰਨੀ ਅਰਦਾਸ ਜ਼ਰੂਰ ਕਰਾਂਗਾ ਉਹਨਾਂ ਵਾਸਤੇ ਕਿ ਪ੍ਰਮਾਤਮਾ ਨੂੰ ਸਮਤ ਬਖਸ਼ੇ ਉਹ ਥੋੜ੍ਹਾ ਸੋਚਣ ਇਹਦੇ ਬਾਰੇ। ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਅਸੀਂ ਜਿੱਦਾਂ ਦਾ ਪੈਸਾ ਕਮਾ ਕੇ ਆਪਣੇ ਆਪ ਤੇ ਆਪਣੇ ਬੱਚਿਆਂ 'ਤੇ ਲਾਵਾਂਗੇ, ਆਪਣੇ ਪਰਿਵਾਰ 'ਤੇ ਲਾਵਾਂਗੇ, ਸਾਨੂੰ ਉੱਦਾਂ ਦਾ ਹੀ ਅੱਗੋਂ ਸੰਸਾਰ ਨੂੰ ਜਾਂ ਇਸ ਜਨਮ 'ਚ ਇੱਥੇ ਹੀ ਸਾਨੂੰ ਦੇ ਕੇ ਜਾਣਾ ਪੈਣਾ। ਮੇਰੀ ਸੋਚ ਤਾਂ ਇਹ ਕਹਿੰਦੀ ਹੈ। ਬਾਕੀ ਇਹ ਹੈ ਕਿ ਹਰ ਕਿਸੇ ਦਾ ਆਪਣਾ ਮਨ ਹੈ। ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੇਰੇ ਕੋਲ ਚੰਗੇ ਵੀ ਹੈ, ਬਿਲਕੁਲ ਡਾਕਟਰ ਚੰਗੇ ਵੀ ਬਹੁਤ ਹੈਗੇ ਸਾਡੇ ਕੋਲ ਜਿਹੜੇ ਸਾਡੇ ਕੋਲ ਭੇਜਦੇ ਆ। ਕਈ ਇੱਦਾਂ ਦੇ ਵੀ ਹੈ ਵੀ ਜਿਨ੍ਹਾਂ ਦਾ ਨਹੀਂ ਮਨ ਮੰਨਦਾ। ਭਾਈ ਤੁਸੀਂ ਗੱਲ ਕਹੀ ਸੀ ਵੀ ਸਰਕਾਰਾਂ ਨੂੰ ਕਰਨਾ ਚਾਹੀਦਾ, ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਇਹ ਸੈਂਟਰ ਵੀ ਚੱਲ ਰਹੇ ਨੇ ਸਰਕਾਰਾਂ ਦੀ ਕੀ ਅੱਖ ਇਹਨਾਂ 'ਤੇ ਨਹੀਂ ਹੋਣੀ? ਸਰਕਾਰਾਂ ਨੂੰ ਕੀ ਨਹੀਂ ਪਤਾ ਵੀ ਇਹ ਕੁਝ ਹੁੰਦਾ ਹੈ ਸੈਂਟਰਾਂ ਦੇ ਵਿੱਚ? ਵੀਰ ਜੀ ਸਰਕਾਰਾਂ ਦੀ ਪੂਰੀ ਅੱਖ ਹੈ ਇਹਨਾਂ ਦੇ ਉੱਤੇ, ਔਰ ਮੈਨੂੰ ਪੂਰਾ ਯਕੀਨ ਹੈ ਇਹਦੇ ਵਿੱਚ ਕਿ ਅਗਰ ਸਰਕਾਰ ਚਾਹੇ ਤੇ ਇਹਨਾਂ 'ਤੇ ਠੱਲ ਪਾਈ ਜਾ ਸਕਦੀ ਹੈ। ਪਰ ਸਰਕਾਰ ਦੀ ਨੀਅਤ ਸਾਨੂੰ ਪਤਾ ਨਹੀਂ ਕਿਉਂ ਨਹੀਂ ਕਲੀਅਰ ਹੁੰਦੀ ਕਿ ਸਰਕਾਰ ਇਹਨਾਂ ਦੇ ਉੱਪਰ ਕਿਉਂ ਨਹੀਂ ਕਿਸੇ ਤਰੀਕੇ ਦਾ ਕੋਈ ਇੱਦਾਂ ਦਾ ਲਾਅ ਬਣਾਉਂਦੀ ਜਾਂ ਕਾਨੂੰਨ ਬਣਾਉਂਦੀ। ਜੇ ਸਰਕਾਰ ਬਾਕੀ ਸਾਰੀ ਚੀਜ਼ਾਂ ਦੇ ਉੱਤੇ ਕਾਨੂੰਨ ਬਣਾ ਸਕਦੀ ਹੈ ਤੇ ਮੈਡੀਕਲ ਦੇ ਉੱਤੇ ਕਿਉਂ ਨਹੀਂ ਕੋਈ ਰੇਟ ਫਿਕਸ ਕੀਤੇ ਜਾਂਦੇ ਵੀ ਘੱਟੋ ਘੱਟ ਇਹ ਰੇਟ ਰੱਖ ਦਿੱਤੇ ਜਾਣ ਕਿ ਇਸ ਤੋਂ ਉੱਪਰ ਹੈਗੇ ਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹੈਗੇ ਨੇ, ਪਰ ਫਿਰ ਉਹੀ ਅੱਖਰਾਂ ਦੇ ਹੇਰ ਫੇਰ ਜਾਂ ਇਨਫਰਾਸਟਰਕਚਰ ਨੂੰ ਕੋਈ ਹੋਰ ਵਧੀਆ ਬਣਾ ਕੇ ਥੋੜ੍ਹੀ ਕੁਰਸੀਆਂ ਲਾ ਕੇ ਥੋੜ੍ਹੇ AC ਲਾ ਕੇ ਤੇ ਰੇਟਾਂ 'ਚ ਫਰਕ ਪਾ ਦਿੱਤਾ ਗਿਆ। ਜੇ ਠਾਲੀ ਪੈ ਗਈ ਫਿਰ ਇਹਨੂੰ ਮਾਫੀਆ ਕਿਹਨੇ ਕਹਿਣਾ? ਹਾਂ, ਇਹ ਵੀ ਗੱਲ ਤੁਹਾਡੀ ਠੀਕ ਹੈਗੀ, ਜੇ ਠਾਲੀ ਪੈ ਗਈ ਤੇ ਮਾਫੀਆ ਕਿਹਨੂੰ ਕਹਿਣਾ। ਪਰ ਅਸੀਂ ਤਾਂ ਫਿਰ ਵੀ ਅਰਦਾਸ ਕਰਾਂਗੇ ਕਿ ਘਰ ਘਰ ਹਰ ਸੈਕਟਰ ਦੇ ਵਿੱਚ ਜਾਂ ਹਰ ਸ਼ਹਿਰ ਦੇ ਵਿੱਚ ਇੱਦਾਂ ਦੇ ਸੈਂਟਰ ਸਾਨੂੰ ਵੇਖ ਕੇ ਬੜੇ ਲੋਕਾਂ ਨੇ। ਅਸੀਂ ਚੰਡੀਗੜ੍ਹ ਵਿੱਚ ਮੇਰੇ ਖਿਆਲ ਜਦੋਂ ਮੈਂ ਸੈਂਟਰ ਖੋਲ੍ਹਿਆ ਸੀ ਉਦੋਂ 2 ਜਾਂ 3 ਸੈਂਟਰ ਹੁੰਦੇ ਸੀ, ਪਰ ਸ਼ਾਇਦ ਅੱਜ ਦੀ ਡੇਟ 'ਚ ਮੈਂ ਵੀਰ ਜੀ ਕੋਲ ਖੜੇ ਨੇ, ਅਗਰ ਮੈਂ ਗਲਤ ਨਹੀਂ ਹੈਗਾ ਤੇ ਤਕਰੀਬਨ ਸਾਡੇ ਚੰਡੀਗੜ੍ਹ 'ਚ ਸ਼ਾਇਦ 5 ਤੋਂ 6 ਗੁਰਦੁਆਰਾ ਸਾਹਿਬ 'ਚ ਸੈਂਟਰ ਖੁੱਲ੍ਹ ਚੁੱਕੇ ਨੇ। ਤੇ ਅਸੀਂ ਅਰਦਾਸ ਕਰਦੇ ਹਾਂ ਵੀ ਸਭ ਦਾ ਕੰਮ ਇੱਦਾਂ ਹੀ ਚੱਲੇ, ਸਾਰੇ ਇੱਦਾਂ ਹੀ ਆਪਣੀ ਸੇਵਾ ਭਾਵ ਨਾਲ ਕੰਮ ਕਰਦੇ ਰਹਿਣ ਤੇ ਪਰਮਾਤਮਾ ਦੀ ਕਿਰਪਾ ਕਰਦਾ ਰਹੇ। ਅੱਛਾ, ਸੈਂਟਰ ਦਾ ਆਈਡੀਆ ਤੁਹਾਨੂੰ ਆਇਆ ਕਿੱਥੋਂ ਸੀਗਾ? ਤੁਸੀਂ ਅਪਰੋਚ ਕੀਤਾ ਗੁਰਦੁਆਰਾ ਸਾਹਿਬ ਨੂੰ ਜਾਂ ਕਿਵੇਂ ਆਇਆ ਤੁਹਾਨੂੰ ਆਈਡੀਆ? ਵੀਰ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਮੈਂ 2000 ਤੋਂ ਇਸੀ ਲਾਈਨ 'ਚ ਸੀਗਾ। ਸੰਨ 2000 ਤੋਂ ਲੈ ਕੇ 2006 ਤੱਕ ਮੈਂ ਤਕਰੀਬਨ ਪ੍ਰਾਈਵੇਟ ਲੈਬੋਰਟਰੀਆਂ 'ਚ ਨੌਕਰੀ ਕੀਤੀ ਆ। ਤੇ ਉਦੋਂ ਮੈਂ ਇਹੀ ਚੀਜ਼ ਦੇਖੀ ਤੇ ਮੇਰੇ ਤੋਂ ਦੇਖਿਆ ਨਹੀਂ ਸੀ ਜਾਂਦਾ ਕਿ ਜਦੋਂ ਇੱਕ ਗਰੀਬ ਬੰਦਾ ਵਿਚਾਰਾ ਰਿਸੈਪਸ਼ਨ 'ਤੇ ਆਇਆ ਤੇ ਉਹਨੂੰ ਇਹ ਬੋਲ ਦਿੱਤਾ ਗਿਆ ਹੈ, ਇਹ ਮੈਂ ਤੁਹਾਨੂੰ ਸੰਨ 2000 ਤੋਂ ਲੈ ਕੇ 2006 ਦੀ ਗੱਲ ਦੱਸ ਰਿਹਾ। ਉਹਨੂੰ ਉਦੋਂ ਕਹਿ ਦਿੱਤਾ ਜਾਂਦਾ ਸੀਗਾ ਕਿ ਤੇਰੇ 1200 ਦੇ ਤੇਰੇ 1500 ਦੇ ਟੈਸਟ ਹੈ ਤੇ ਉਹ ਵਿਚਾਰਾ ਦੇ ਨਹੀਂ ਸੀ ਪਾਉਂਦਾ ਤੇ ਉਹਨੂੰ ਵਾਪਸ ਜਾਣਾ ਪੈਂਦਾ ਸੀਗਾ। ਜਦ ਕਿ ਉਹ ਟੈਸਟ ਕਰਨ ਤੋਂ ਬਾਅਦ ਉਸੀ ਮਰੀਜ਼ ਦਾ ਮਤਲਬ ਘੱਟੋ ਘੱਟ 50% ਲਿਫਾਫੇ 'ਚ ਪੈ ਕੇ ਉਸ ਡਾਕਟਰ ਕੋਲ ਚਲੇ ਜਾਣਾ। ਉਹ ਚੀਜ਼ ਸਾਡੇ ਤੋਂ ਨਹੀਂ ਦੇਖੀ ਗਈ। ਮੈਂ ਇੱਥੇ 2006 ਸੈਂਟਰ ਖੋਲ੍ਹਣ ਤੋਂ ਬਾਅਦ ਇੱਕ ਵਾਰ ਮੈਂ ਫਿਰ ਪ੍ਰਾਈਵੇਟ ਸੈਂਟਰ 'ਚ ਵੀ ਗਿਆ ਸੀ। ਮੈਂ ਫਿਰ ਖੋਲ੍ਹਿਆ ਸੀ ਪ੍ਰਾਈਵੇਟ ਸੈਂਟਰ ਇੱਕ ਹੋਰ, ਪਰ ਉਦੋਂ ਫਿਰ ਮੇਰੇ ਨਾਲ ਇੱਦਾਂ ਹੀ ਹੋਇਆ ਕਿ ਮੇਰੇ ਕੋਲ ਨਹੀਂ ਉਹ ਚੀਜ਼ ਦੇਖੀ ਗਈ ਤੇ ਮੈਂ ਫਿਰ ਆਪਣੇ ਆਪ ਨੂੰ ਪਿੱਛੇ ਖਿੱਚਿਆ ਕਿ ਨਹੀਂ, ਆਪਾਂ ਇਹ ਕੰਮ ਨਹੀਂ ਕਰ ਸਕਦੇ। ਸਾਡੀ ਮੇਰੇ ਖਿਆਲ ਦੇ ਵਿੱਚ ਹੁਣ ਜਿਵੇਂ ਮੋਦੀਖਾਨੇ ਦਵਾਈਆਂ ਵਾਲੇ ਹੈਗੇ ਹੈ, ਮੇਰੇ ਖਿਆਲ ਟੈਸਟਾਂ ਦੇ ਮੋਦੀਖਾਨੇ ਖੋਲ੍ਹਣੇ ਚਾਹੀਦੇ। ਜਿਵੇਂ ਤੁਸੀਂ ਇੱਕ ਇਨੀਸ਼ੀਏਟਿਵ ਲਿੱਤਾ ਹੈ, ਤੁਸੀਂ ਕਿਹਾ ਤੁਹਾਤੋਂ ਬਾਅਦ 3-4 ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਖੁੱਲ੍ਹੇ ਨੇ, ਤੁਹਾਨੂੰ ਲੱਗਦਾ ਹੈ ਕਿ ਹਰ ਇੱਕ ਮੇਰੇ ਖਿਆਲ 'ਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਪਿੰਡ ਵਿੱਚ ਹੋਣਾ ਚਾਹੀਦਾ ਇੱਦਾਂ ਦਾ ਟੈਸਟਿੰਗ ਜਾਂ ਲੈਬੋਰਟਰੀ ਇੱਦਾਂ ਦੀ?
ਹਾਂ ਬਿਲਕੁਲ ਬਿਲਕੁਲ ਵੀਰ ਜੀ, ਇਹ ਸਮੇਂ ਦੀ ਮੰਗ ਹੈ ਕਿਉਂਕਿ ਅੱਜ ਦੀ ਡੇਟ 'ਚ ਡਾਕਟਰ ਕੋਈ ਵੀ ਮਤਲਬ ਦਵਾਈ ਬਾਅਦ 'ਚ ਲਿਖਦਾ, ਟੈਸਟ ਪਹਿਲਾਂ ਲਿਖਦਾ। ਉਹ ਪਹਿਲਾਂ ਟੈਸਟ ਲਿਖੇਗਾ, ਜੇ ਉਹਨੂੰ ਮਰਜ਼ ਸਮਝ ਆਏਗੀ ਟੈਸਟਾਂ ਤੋਂ ਬਾਅਦ ਤਾਂ ਹੀ ਉਹ ਦਵਾਈ ਲਿਖੇਗਾ। ਨਾਲੇ ਪ੍ਰੈਗਨੈਂਸੀ ਅੱਜ ਦੀ ਡੇਟ 'ਚ ਪ੍ਰੈਗਨੈਂਸੀ ਦੇ ਵਿੱਚ 9 ਮਹੀਨਿਆਂ ਵਿੱਚ ਪਹਿਲਾਂ ਪੁਰਾਣੇ ਟਾਈਮ ਹੁੰਦੇ ਸੀਗੇ ਕੋਈ ਟੈਸਟ ਨਹੀਂ ਕਰਾਏ ਜਾਂਦੇ ਸੀ, ਪਰ ਅੱਜ ਦੀ ਡੇਟ 'ਚ ਪਹਿਲੇ ਮਹੀਨੇ ਤੋਂ ਲੈ ਕੇ 9 ਤਰ੍ਹਾਂ ਦੇ ਟੈਸਟ ਨੇ, ਇੰਨੇ ਮਹਿੰਗੇ ਟੈਸਟ ਨੇ। ਸਾਡੇ ਕੋਲ ਆ ਕੇ ਲੋਕਾਂ ਦੇ ਹੱਥ ਖੜੇ ਹੋ ਜਾਂਦੇ ਆ ਕਿ ਅਸੀਂ ਨਹੀਂ ਕਰਾ ਸਕਦੇ, ਤੁਹਾਨੂੰ ਪੈਸੇ ਛੱਡ ਦਿਓ। ਫਿਰ ਅਸੀਂ ਵੀ ਆਪਣਾ ਕੋਈ ਪ੍ਰੋਟੋਕਾਲ ਰੱਖਿਆ ਹੋਇਆ, ਜਿਹੜੇ ਕੋਈ ਗਰੀਬੀ ਰੇਖਾ ਤੋਂ ਨੀਚੇ ਨੇ, ਗੁਰਦੁਆਰਾ ਸਾਹਿਬ ਨਾਲ ਅਸੀਂ ਸਲਾਹ ਕਰਕੇ ਕਈਆਂ ਤੋਂ ਵੀ ਫ੍ਰੀ ਕਰ ਦਿੰਦੇ ਹਾਂ। ਤੁਸੀਂ ਵਾਕਈ ਬਹੁਤ ਚੰਗਾ ਕੰਮ ਕਰ ਰਹੇ ਹੋ ਜੀ। ਮਨੁੱਖਤਾ ਦੀ ਸੇਵਾ ਅਸਲ ਦੇ ਵਿੱਚ ਤੁਸੀਂ ਕਰ ਰਹੇ ਹੋ, ਤੇ ਪ੍ਰਮਾਤਮਾ ਤੁਹਾਡੇ ਕੋਲੋਂ ਮਨੁੱਖਤਾ ਦੀ ਸੇਵਾ ਕਰਵਾਉਂਦਾ ਰਹੇ ਤੇ ਸਾਨੂੰ ਵੀ ਮੌਕਾ ਦੇਵੇ ਜੀ। ਬਿਲਕੁਲ ਜੀ ਕਿ ਜੇ ਕਿਸੇ ਨੇ ਇਸ ਤਰ੍ਹਾਂ ਦੀ ਸੇਵਾ ਸ਼ੁਰੂ ਕਰਨੀ ਹੈ, ਉਹ ਸਾਨੂੰ ਸੰਪਰਕ ਕਰੇ, ਅਸੀਂ ਉਹਨਾਂ ਦੀ ਜੋ ਸਹਾਇਤਾ ਕਰ ਸਕਦੇ ਹਾਂ ਉਹ ਵੀ ਕਰਾਂਗੇ। ਤੋ ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ? ਭਾਜੀ ਨੇ ਸਾਫ਼ ਕਹਿਤਾ ਹੈ, ਜੇ ਕਿਸੇ ਨੇ ਵੀ ਅਜਿਹਾ ਸੈਂਟਰ ਖੋਲ੍ਹਣਾ ਹੋਵੇ ਤਾਂ ਉਹ ਸੈਕਟਰ 22D ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸੰਪਰਕ ਕਰ ਸਕਦਾ ਹੈ, ਸਹਾਇਤਾ ਪੂਰੀ ਕੀਤੀ ਜਾਵੇਗੀ। ਹਾਲਾਂਕਿ ਜੋ ਸੈਂਟਰ ਇੱਥੋਂ ਚੱਲ ਰਿਹਾ ਜਾਂ ਲੈਬੋਰਟਰੀ ਜਾਂ ਟੈਸਟ ਹੋ ਰਹੇ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਮਨੁੱਖਤਾ ਦੀ ਸੇਵਾ ਹੈਗੀ ਹੈ। ਗਰੀਬਾਂ ਦਾ ਟੈਸਟ ਫ੍ਰੀ ਵੀ ਕੀਤਾ ਜਾਂਦਾ ਹੈ। ਮੇਰੇ ਖਿਆਲ 'ਚ ਅਜਿਹੇ ਮੋਦੀਖਾਨੇ ਯਾਨੀ ਕਿ ਲੈਬੋਰਟਰੀਜ਼, ਅਜਿਹੀਆਂ ਲੈਬੋਰਟਰੀਜ਼ ਵੀ ਹਰ ਇੱਕ ਪਿੰਡ, ਹਰ ਇੱਕ ਸ਼ਹਿਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਜਿਵੇਂ ਗੁਰੂ ਨਾਨਕ ਮੋਦੀਖਾਨਾ ਦਵਾਈਆਂ ਵਾਲਾ ਲੁਧਿਆਣੇ ਦੇ ਵਿੱਚ ਹੈ, ਉਹ ਵੀ ਹਰ ਇੱਕ ਸ਼ਹਿਰ, ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈ। ਠੀਕ ਉਵੇਂ ਹੀ ਇਹ ਟੈਸਟ ਵਾਲੀਆਂ ਲੈਬੋਰਟਰੀਜ਼ ਕਹਿ ਲਓ ਜਾਂ ਮੋਦੀਖਾਨੇ, ਇਹ ਵੀ ਹਰ ਪਿੰਡ, ਹਰ ਸ਼ਹਿਰ ਦੇ ਵਿੱਚ ਚਾਹੀਦੇ ਨੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।